ਇੱਕ ਅਜਿਹਾ ਸਮਾਂ ਸੀ ਕਿ ਜਦੋਂ ਕਿਤੇ ਖਾਕੀ ਵਰਦੀ ਪਾਈ ਕੋਈ ਅਫਸਰ ਜਾਂ ਮੁਲਾਜ਼ਮ ਕੋਲ ਦੀ ਵੀ ਲੰਘ ਜਾਵੇ ਤਾਂ ਉਸ ਵਿਅਕਤੀ ਦੇ ਸਾਹ ਸੁੱਕ ਜਾਂਦੇ ਸਨ। ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਉਵੇਂ-ਉਵੇਂ ਲੋਕਾਂ ਦੇ ਦਿਲਾਂ ਵਿੱਚੋਂ ਖਾਕੀ ਵਰਦੀ ਦਾ ਡਰ ਵੀ ਖਤਮ ਹੁੰਦਾ ਗਿਆ। ਜੀ ਹਾਂ, ਇਹ ਐਸੀ ਨਹੀਂ ਬਲਕਿ ਖੁਦ ਸਾਬਤ ਕਰ ਰਹੇ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ। ਨਹੀਂ ਯਕੀਨ ਤਾਂ ਤੁਸੀਂ ਖੁਦ ਹੀ ਦੇਖ ਲਓ ਕਿ ਫਗਵਾੜਾ ਵਿੱਚ ਚੋਰੀ ਦੀਆਂ ਵਾਰਦਾਤਾਂ ਦੇ ਵੱਧ ਰਹੇ ਇਸ ਗ੍ਰਾਫ ਨੂੰ। ਦਰਅਸਲ ਆਏ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਕਾਰਨ ਫਗਵਾੜਾ ਅਖਬਾਰਾਂ ਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਣਿਆ ਹੋਇਆ ਹੈ ਤੇ ਚੋਰ ਰੋਜ਼ਾਨਾ ਹੀ ਕਿਤੇ ਨਾ ਕਿਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਨੇ। ਪਿਛਲੇ 1-2 ਦਿਨਾਂ ਵਿੱਚ ਤਾਂ ਚੋਰਾਂ ਨੇ ਹੱਦ ਹੀ ਕਰ ਦਿੱਤੀ। ਇੱਕ ਨਹੀਂ, ਦੋ ਨਹੀਂ ਬਲਕਿ ਅੱਧੀ ਦਰਜਨ ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਿਸ ਦੇ ਨਾਲ-ਨਾਲ ਇਲਾਕਾ ਵਾਸੀਆਂ ਦੀ ਵੀ ਨੀਂਦ ਉਡਾ ਦਿੱਤੀ। ਇੱਕ ਵਾਰ ਫਿਰ ਤੋਂ ਚੋਰ ਨਾਈਟ ਕਰਫਿਊ ਦੌਰਾਨ ਪੁਲਿਸ ਵੱਲੋਂ ਕੀਤੀ ਨਾਕਾਬੰਦੀ ਅਤੇ ਗਸ਼ਤ ਦੇ ਬਾਵਜੂਦ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਚੋਰੀ ਦੀ ਇੱਕ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਚੋਰ ਪਟੇਲ ਨਗਰ ਫਗਵਾੜਾ ਵਿਖੇ ਕੱਪੜਿਆਂ ਦੇ ਇੱਕ ਸ਼ੋਰੂਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੱਪੜੇ ਅਤੇ ਸ਼ੋਰੂਮ ਅੰਦਰ ਪਿਆ ਕੈਸ਼ ਲੈ ਕੇ ਫਰਾਰ ਹੋ ਗਏ। ਇਸ ਸੰਬੰਧੀ ਸਪੋਰਟ ਕਿੰਗ ਸ਼ੋਰੂਮ ਦੇ ਮੈਨੇਜਰ ਅਮਨਦੀਪ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 4:30 ਵਜੇ ਫੋਨ ਆਇਆ ਕਿ ਦੁਕਾਨ ਤੇ ਚੋਰੀ ਹੋ ਗਈ ਹੈ। ਜਿਸ ਤੋਂ ਬਾਅਦ ਜਦੋਂ ਦੁਕਾਨ ਤੇ ਆਏ ਤਾਂ ਦੇਖਿਆ ਕਿ ਸ਼ੋਰੂਮ ਦੇ ਸ਼ਟਰ ਦੇ ਤਾਲੇ ਅਤੇ ਸ਼ੀਸ਼ੇ ਟੁੱਟੇ ਹੋਏ ਸਨ ਤੇ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ, ਜਦਕਿ ਚੋਰ ਕੱਪੜੇ ਅਤੇ ਸ਼ੋਰੂਮ ਅੰਦਰ ਪਿਆ ਕੈਸ਼ ਲੈ ਕੇ ਫਰਾਰ ਹੋ ਚੁੱਕੇ ਸਨ। ਉਹਨਾਂ ਦੱਸਿਆ ਕਿ ਚੋਰੀ ਕਾਰਨ ਹੋਏ ਨੁਕਸਾਨ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ, ਜਦਕਿ ਚੋਰ ਸ਼ੋਰੂਮ ਤੇ ਲੱਗੇ ਸੀਸੀਟੀਵੀ ਕੈਮਰੇ, ਡੀਵੀਆਰ ਤੇ ਕੰਪਿਊਟਰ ਵੀ ਤੋੜ ਗਏ। सर की शुभ नाम है आपका? सर मेरा नाम है अमनदीप सिंह ਤੇ ਸਪੋਰਟ ਕਿੰਗ ਦਾ ਮੈਨੇਜਰ ਆ ਮੈਂ ਜੀ। ਤੇ ਸਾਨੂੰ ਚੋਰੀ ਹੋਈ ਆ ਸਵੇਰੇ ਆਇਆ ਸੀਗਾ ਜੀ, ਫੋਨ ਆਇਆ ਸੀਗਾ 4:30 ਵਜੇ। ਸਾਹਮਣੇ ਗੁਆਂਢੀਆਂ ਨੇ ਕੀਤਾ ਸੀਗਾ ਫੋਨ ਤੇ ਸਾਨੂੰ ਪਤਾ ਲੱਗਾ ਚੋਰੀ ਹੋਈ ਹੈ ਜੀ। ਤੇ ਸ਼ੀਸ਼ਾ ਟੁੱਟਾ ਹੋਇਆ ਜੀ, ਕੈਮਰੇ ਕੂਮਰੇ ਸਾਰੇ ਤੋੜ ਗਏ ਜੀ। ਅਮਨਦੀਪ ਜੀ, ਇਹ ਮਤਲਬ ਕਿ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਹੈ? ਸਾਨੂੰ 4:30 ਵਜੇ ਪਤਾ ਲੱਗਾ ਜੀ। ਤੇ ਫੋਨ ਆਇਆ ਸੀਗਾ, ਸਾਹਮਣੇ ਗੁਆਂਢੀਆਂ ਦਾ ਫੋਨ ਆਇਆ ਸੀਗਾ ਤੇ ਉਹਨਾਂ ਨੇ ਸਾਨੂੰ ਦੱਸਿਆ ਜੀ। ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੁਸੀਂ? ਹਾਂਜੀ ਹਾਂਜੀ, ਪੁਲਿਸ ਆਈ ਸੀ? ਪੁਲਿਸ ਆਈ ਸੀਗੀ ਪਰ ਆਈ ਘੰਟੇ ਬਾਅਦ ਜੀ। ਤੇ ਕੋਈ ਆਪਣਾ ਕੈਸ਼ ਵਗੈਰਾ ਜਾਂ ਕੋਈ ਨੁਕਸਾਨ? ਬਹੁਤ ਨੁਕਸਾਨ ਹੋਇਆ ਜੀ, ਕੈਸ਼ ਦਾ ਵੀ ਹੋਇਆ ਜੀ, ਬਾਕੀ ਪੀਸ ਵੀ ਲੈ ਕੇ ਗਏ ਆ ਜੀ, VCR ਵੀ ਤੋੜ ਗਏ ਆ, ਕੰਪਿਊਟਰ ਵੀ ਸਾਰਾ ਤੋੜ ਗਏ ਆ ਜੀ। ਕੋਈ ਸੀਸੀਟੀ ਕੈਮਰੇ 'ਚ ਆਇਆ ਹੋਵੇ ਬੰਦਾ ਜਾਂ? ਸਰ VCR ਹੀ ਤੋੜ ਗਏ ਸਰ, ਜਿਹੜਾ ਕੈਮਰੇ ਨਾਲ ਅਟੈਚ ਹੁੰਦਾ ਨਾ ਉਹੀ ਤੋੜ ਗਏ, ਸਾਰਾ ਸਿਸਟਮ ਹੀ ਕੱਢ ਕੇ ਲੈ ਗਏ। ਤੇ ਲਗਭਗ ਨੁਕਸਾਨ ਤਾਂ ਨਹੀਂ ਆਪਾਂ ਨੂੰ ਫਿਰ ਵੀ? ਕੁਛ ਨਹੀਂ ਪਤਾ ਭਾਜੀ ਹਜੇ। ਕੋਈ ਕੈਸ਼ ਵਗੈਰਾ ਕੋਈ? ਕੁਛ ਨਹੀਂ ਭਾਜੀ, ਕੈਸ਼ ਅੰਦਰ ਸੀਗਾ ਪਿਆ, ਬਹੁਤ ਕੈਸ਼ ਸੀਗਾ, ਸਾਰਾ ਲੈ ਗਏ। ਇਸ ਤੋਂ ਇਲਾਵਾ ਚੋਰ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਇੱਕ ਮਠਿਆਈ ਦੀ ਦੁਕਾਨ ਨੂੰ ਵੀ ਨਿਸ਼ਾਨੇ ਤੇ ਲੈਂਦੇ ਹੋਏ ਆਪਣੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਦੀਪਕ ਸਵੀਟਸ ਐਂਡ ਕਨਫੈਕਸ਼ਨਰੀ ਦੇ ਮਾਲਕ ਦੀਪਕ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਗੁਆਂਢੀਆਂ ਨੇ ਚੋਰੀ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਜਦੋਂ ਉਹ ਦੁਕਾਨ ਤੇ ਆਏ ਤਾਂ ਦੇਖਿਆ ਕਿ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਗੱਲੇ ਲੈ ਕੇ ਰਫੂ ਚੱਕਰ ਹੋ ਚੁੱਕੇ ਸਨ। ਮਾਮਲਾ ਇੱਦਾਂ ਜੀ, ਫਿਰ 7:30 ਵਜੇ ਫੋਨ ਆਇਆ ਸਾਡੇ ਗੁਆਂਢੀ ਦਾ, ਰਵਿੰਦਰ ਕੁਮਾਰ ਦਾ, ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟ ਚੁੱਕਾ ਹੈ। ਕੀ ਨਾਂ ਜੀ ਆਪਣਾ? ਮੇਰਾ ਨਾਮ ਦੀਪਕ ਹੈ। ਦੀਪਕ ਜੀ, ਇਹ ਦੁਕਾਨ ਕਾਹਦੀ ਹੈ ਆਪਣੀ? ਇਹ ਆਪਣਾ ਸਵੀਟ ਸ਼ੋਪ ਆ ਜੀ, ਨਾਲ ਕੰਪਲੈਕਸਰੀ ਦਾ ਕੰਮ ਆ ਜੀ ਆਪਣਾ। ਕਿੰਨੇ ਕੁ ਵਜੇ ਤੁਹਾਨੂੰ ਪਤਾ ਲੱਗਾ ਹੈ? ਆਪਾਂ ਨੂੰ ਸਵੇਰੇ 7:30 ਵਜੇ ਪਤਾ ਲੱਗਾ ਜੀ। ਤੇ ਜਦੋਂ ਤੁਸੀਂ ਆਏ ਤੁਹਾਨੂੰ ਕੀ? ਜਦੋਂ ਆਇਆ ਸ਼ਟਰ ਟੁੱਟਾ ਪਿਆ ਸੀਗਾ ਤੇ ਅੰਦਰੋਂ ਗੱਲੇ ਗਿਆ ਪਿਆ ਅੰਦਰੋਂ। ਗੱਲੇ ਦੇ ਵਿੱਚ ਕੋਈ ਕੈਸ਼ ਵਗੈਰਾ? ਗੱਲੇ 'ਚ ਕੇਵਲ ਥੋੜਾ ਹੀ ਸੀਗਾ, ਬਾਕੀ ਹਿਸਾਬ ਤੋਂ ਕਾਪੀਆਂ ਕੁਪੀਆਂ ਸੀਗੀਆਂ। ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੁਸੀਂ? ਪੁਲਿਸ ਨੂੰ ਜਾ ਕੇ 3 ਵਾਰ ਦੇ ਚੁੱਕੇ ਹਾਂ, ਉਹ ਤਾਂ ਆਏ ਨਹੀਂ, ਪ੍ਰੈਸ ਵਾਲਾ ਦੂਜਾ ਬੰਦਾ ਆ ਗਿਆ। ਤੇ ਇਹ ਕਿਸ ਰੋਡ ਦੇ ਉੱਪਰ ਪੈਂਦੀ ਆਪਣੀ ਦੁਕਾਨ? ਹੁਸ਼ਿਆਰਪੁਰ ਰੋਡ ਤੇ। ਇਸੇ ਤਰ੍ਹਾਂ ਹੀ ਚੋਰ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਹੀ ਮੈਦਾਨ ਸਟੀਲ ਨਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਦੁਕਾਨ ਮਾਲਕ ਗੌਰਵ ਮੈਦਾਨ ਨੇ ਦੱਸਿਆ ਕਿ ਉਹਨਾਂ ਨੂੰ ਗੁਆਂਢੀਆਂ ਨੇ ਸੂਚਿਤ ਕੀਤਾ, ਜਿਸ ਤੋਂ ਬਾਅਦ ਜਦੋਂ ਉਹ ਦੁਕਾਨ ਤੇ ਆਏ ਤਾਂ ਦੇਖਿਆ ਕਿ ਚੋਰ ਦੁਕਾਨ ਦੇ ਸ਼ਟਰ ਤੋੜਨ ਤੋਂ ਬਾਅਦ ਅੰਦਰ ਦਾਖਲ ਹੋ ਕੇ ਗੱਲਾ ਤੋੜਦੇ ਹੋਏ ਅੰਦਰੋਂ ਲਾਈਟਾਂ ਤੇ ਸਭ ਕੁਝ ਲੈ ਕੇ ਫਰਾਰ ਹੋ ਚੁੱਕੇ ਸਨ। ਸਾਡੀ ਦੁਕਾਨ ਹੁਸ਼ਿਆਰਪੁਰ ਰੋਡ ਤੇ ਆ, ਮੈਦਾਨ ਸਟੀਲ। ਰਾਤ ਨੂੰ ਕੋਈ ਇੱਥੇ ਆਇਆ, ਇਹਨਾਂ ਨੇ ਪਹਿਲਾਂ ਸਾਰੇ ਦਰਵਾਜ਼ੇ ਤੋੜੇ ਆ ਜੀ। ਦਰਵਾਜ਼ੇ ਤੋੜਨ ਤੋਂ ਬਾਅਦ ਫਿਰ ਅੰਦਰ ਗੱਲਾ ਤੋੜਿਆ, ਗੱਲਾ ਤੋੜ ਕੇ ਅੰਦਰੋਂ ਜੋ ਕੁਝ ਸੀਗਾ ਸਾਰਾ ਕੁਝ ਕੱਢ ਕੇ ਲੈ ਗਏ। ਸਰ ਕੀ ਨਾਮ ਆਪਣਾ? ਗੌਰਵ ਮੈਦਾਨ। ਮੈਦਾਨ ਜੀ, ਇਹ ਤੁਹਾਨੂੰ ਕਿੱਦਾਂ ਸੂਚਨਾ ਮਿਲੀ ਇਹਦੀ? ਭਾਜੀ ਸਵੇਰੇ ਆਏ ਆ ਤਾਂ ਗੁਆਂਢੀਆਂ ਨੇ ਸੂਚਨਾ ਦਿੱਤੀ ਹੈ ਕਿ ਨਾਲ ਦੇ ਗੁਆਂਢੀਆਂ ਦੇ ਵੀ ਹੋਈ ਹੈ ਤੇ ਸਾਡੇ ਵੀ ਹੋਇਆ ਜੀ। ਤੇ ਆਪਣਾ ਨੁਕਸਾਨ ਕਿੰਨਾ ਹੋ ਗਿਆ ਸਰ? ਨੁਕਸਾਨ ਭਾਜੀ ਪੈਸੇ ਤਾਂ ਕੋਈ ਜ਼ਿਆਦਾ ਨਹੀਂ ਸੀਗੇ, 1000-1500 ਸੀਗਾ। ਬਾਕੀ ਮੇਨ ਸਾਰਾ ਕੁਝ ਅੰਦਰੋਂ ਗੱਲਾ ਗੁੱਲਾ ਸਭ ਤੋੜ ਦਿੱਤਾ, ਤਾਲੇ ਤੂੜੇ ਸਭ ਤੋੜ ਦਿੱਤੇ, ਉਹ ਨੁਕਸਾਨ ਹੋਇਆ। ਲਾਈਟਾਂ ਲਾ ਕੇ ਲੈ ਗਏ ਸਾਰਾ ਕੁਝ। ਤੇ ਕੋਈ ਸੀਸੀਟੀ ਕੈਮਰੇ 'ਚ ਆਇਆ ਹੋਵੇ ਬੰਦਾ? ਦੇਖੋ ਭਾਜੀ, ਹੁਣ ਤਾਂ ਇਹਨਾਂ ਦੇ ਹੈ ਨਾਲ ਦੇ, ਜੇ ਕੋਈ ਇਹਨਾਂ ਦੇ ਆਉਂਦਾ ਤਾਂ ਪਤਾ ਲੱਗ ਜੂਗਾ। ਇਹਨਾਂ ਦਾ ਕੈਮਰਾ ਹੈਗਾ। ਤੇ ਕੋਈ ਕੈਸ਼ ਵਗੈਰਾ ਵੀ ਸੀ ਆਪਣਾ? ਕੈਸ਼ 1000-1500 ਸੀ, ਜ਼ਿਆਦਾ ਨਹੀਂ ਸੀ।
ਇਸ ਤੋਂ ਇਲਾਵਾ ਚੋਰ ਅਣਖੀਨਗਰ ਫਗਵਾੜਾ ਵਿਖੇ ਵੀ ਇੱਕ ਬਿਊਟੀ ਸੈਲੂਨ ਦੇ ਬਾਹਰ ਲੱਗੇ ਏਸੀ ਦਾ ਆਊਟਡੋਰ ਯੂਨਿਟ ਲੈ ਕੇ ਫਰਾਰ ਹੋ ਗਏ। ਇਸ ਸੰਬੰਧੀ ਸੈਲੂਨ ਦੀ ਮਾਲਕਨ ਸੁਨੀਤਾ ਨੇ ਦੱਸਿਆ ਕਿ ਉਹਨਾਂ ਦੀ ਰਿਹਾਇਸ਼ ਸੈਲੂਨ ਦੇ ਅੰਦਰ ਹੀ ਹੈ। ਸਵੇਰੇ ਉੱਠ ਕੇ ਜਦੋਂ ਉਹ ਸਾਫ਼ ਸਫਾਈ ਕਰ ਰਹੀ ਸੀ ਤਾਂ ਉਸਨੇ ਏਸੀ ਦੇ ਨਟ ਬੋਲਟ ਖਿਲਰੇ ਹੋਏ ਦੇਖੇ, ਜਿਸ ਤੋਂ ਬਾਅਦ ਉੱਪਰ ਦੇਖਿਆ ਤਾਂ ਸੈਲੂਨ ਦੇ ਬਾਹਰ ਲੱਗੇ ਏਸੀ ਦਾ ਆਊਟਡੋਰ ਯੂਨਿਟ ਗਾਇਬ ਸੀ। ਮੈਮ ਜਿਹੜਾ ਤੁਹਾਡੇ ਏਸੀ ਦਾ ਪੱਖਾ ਚੋਰੀ ਹੋਇਆ ਤੁਹਾਨੂੰ ਕਦੋਂ ਪਤਾ ਲੱਗਾ? ਸਰ ਮੈਂ ਮਾਰਨਿੰਗ 8 ਵਜੇ ਜਦੋਂ ਬਾਹਰ ਝਾੜੂ ਲਗਾ ਰਹੀ ਸੀਗੀ ਉਦੋਂ ਮੈਂ ਦੇਖੇ ਨਟ ਡਿੱਗੇ ਹੋਏ ਸੀ ਨੀਚੇ। ਫਿਰ ਮੈਂ ਉੱਪਰ ਦੇਖਿਆ ਤਾਂ ਉੱਪਰ ਹੈ ਨਹੀਂ ਸੀਗਾ ਏਸੀ। ਸਵੇਰੇ 8 ਵਜੇ ਪਤਾ ਲੱਗਾ ਮੈਨੂੰ। ਕੱਲ ਹੈਗਾ ਸੀ? ਕੱਲ ਹੈਗਾ ਸੀ, ਰਾਤੀ ਵੀ ਹੈਗਾ ਸੀਗਾ। ਕੱਲ ਰਾਤ ਅਸੀਂ ਜਿੱਦਾਂ 10 ਵਜੇ ਤੱਕ ਅੰਦਰ ਸੌਂਦਾ ਆ, ਮੇਰੇ ਹਸਬੈਂਡ 10 ਵਜੇ ਆਉਂਦੇ ਆ, ਦੁੱਧ ਵਗੈਰਾ ਲੈ ਕੇ ਉਹ ਆਏ, ਫਿਰ ਉਦੋਂ ਵੀ ਦੇਖਿਆ, ਉਦੋਂ ਵੀ ਤਾਂ ਹੈਗਾ ਸੀਗਾ ਤੇ ਮਾਰਨਿੰਗ 'ਚ ਨਹੀਂ ਸੀਗਾ। ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਇਹ? ਸਾਡਾ ਜਿਹੜਾ ਪੱਖਾ ਮੈਨੂੰ ਲੱਗਦਾ ਉਹ ਹੋਣਾ ਹੀ ਆ ਬਾਹਰਲਾ 35,000 ਦਾ ਹੋਣਾ ਆ ਉਹ ਵਾਲਾ। ਇਹ ਬਾਹਰਲਾ 35,000? ਹਾਂਜੀ। ਕੀ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਨੂੰ? ਬਸ ਇਹੀ ਮੰਗ ਕਰਦੇ ਆ ਕਿ ਚੋਰ ਇਦਾਂ ਦੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਨਾਂ ਦੇ ਉੱਤੇ ਕਾਬੂ ਪਾਇਆ ਜਾਵੇ ਸਰਕਾਰ ਵੱਲੋਂ, ਤੇ ਸਾਡੀ ਜਿਹੜਾ ਵੀ ਨੁਕਸਾਨ ਹੋਇਆ ਹੈ ਉਹਨੂੰ ਜਲਦੀ ਤੋਂ ਜਲਦੀ ਮਤਲਬ ਉਹਨੂੰ ਪੂਰਾ ਆਲੇ ਦੁਆਲੇ ਕਿਤੇ ਕੈਮਰੇ ਲੱਗੇ ਹੋਏ ਸੀਸੀ ਕੈਮਰਾ ਫੁਟੇਜ? ਆਲੇ ਦੁਆਲੇ ਨੀਅਰ ਜੱਸੀ ਸਟੀਲ ਦੇ ਲੱਗਾ ਹੋਇਆ ਸ਼ਾਇਦ, ਬਾਕੀ ਤਾਂ ਇੱਥੇ ਹੈ ਨਹੀਂ। ਇੱਕ ਸੁਵਿਧਾ ਸੈਂਟਰ ਵੀ ਸ਼ਾਇਦ ਲੱਗਾ ਹੋਵੇ। ਚੈੱਕ ਕੀਤੇ ਤੁਸੀਂ ਕੋਈ? ਨਹੀਂ, ਹੱਲੇ ਨਹੀਂ ਚੈੱਕ ਕੀਤੇ, ਰਿਪੋਰਟ ਦਿੱਤੀ ਹੈ ਵੈਸੇ। ਇਸੇ ਤਰ੍ਹਾਂ ਹੀ ਚੋਰਾਂ ਨੇ ਥਾਣਾ ਸਿਟੀ ਫਗਵਾੜਾ ਤੋਂ ਮਹਿਜ ਕੁਝ ਦੂਰੀ ਤੇ ਸਥਿਤ ਬਦਵਾ ਕਿਚਨ ਅਪਲਾਈਐਂਸਿਸ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਸੰਬੰਧੀ ਬਦਵਾ ਕਿਚਨ ਅਪਲਾਈਐਂਸਿਸ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਨੂੰ ਸਵੇਰ 4:15 ਵਜੇ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਵਿੱਚ ਚੋਰ ਬੜੇ ਹਨ, ਜਿਸ ਤੋਂ ਬਾਅਦ ਜਦੋਂ ਉਹ ਦੁਕਾਨ ਤੇ ਆਏ ਤਾਂ ਦੇਖਿਆ ਕਿ ਚੋਰਾਂ ਵੱਲੋਂ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ, ਪਰੰਤੂ ਦੁਕਾਨ ਦਾ ਸਮਾਨ ਚੋਰੀ ਹੋਣ ਤੋਂ ਬਚਾ ਹੋ ਗਿਆ। 4:15 ਦੇ ਨੇੜੇ ਫੋਨ ਆਇਆ ਵੀ ਤੁਹਾਡੀ ਦੁਕਾਨ 'ਚ ਚੋਰ ਬੜੇ ਹੈ, ਤੇ ਮੈਂ ਉਹਨਾਂ ਨੂੰ ਇਹ ਜਵਾਬ ਦਿੱਤਾ, ਮੈਂ ਕਿਹਾ ਨਹੀਂ, ਸਾਡੀ ਤਾਂ ਟੈਂਕੀਆਂ ਦੀ ਗੱਡੀ ਆਣੀ ਹੈ ਸਵੇਰੇ, ਉਹ ਗੱਡੀ ਨਾ ਆ ਕੇ ਖੜੀ ਹੋਵੇ। ਤੇ ਜਿਸ ਬੰਦੇ ਦਾ ਸਾਨੂੰ ਮਧੂ ਭੂਸ਼ਣ ਕਾਲੀਆ ਸਾਡੇ ਪ੍ਰਧਾਨ ਹੈ ਮੰਦਰ ਕਮੇਟੀ ਦੇ, ਫਿਰ ਉਹਨਾਂ ਦਾ ਫੋਨ ਆ ਗਿਆ, ਕਹਿੰਦੇ ਪਤਾ ਵੀ ਤੁਹਾਡੀ ਦੁਕਾਨ ਦੇ ਸ਼ਟਰ ਤੋੜ ਕੇ ਚੋਰ ਮਾਲ ਲੱਦੇ ਪਏ, ਗੱਡੀ ਟੈਂਪੂ ਜਾਂ ਗੱਡੀ ਜਿਹੜੀ ਵੀ ਲੈ। ਤੇ ਮੈਂ ਫਿਰ ਜਦੋਂ ਆਹ ਗੱਲ ਹੋਈ ਫਿਰ ਦੁਬਾਰਾ ਫਿਰ ਫੋਨ ਮੈਂ ਕੀਤਾ, ਜੇ ਨੰਬਰ ਤੋਂ ਪਹਿਲਾਂ ਫੋਨ ਆਇਆ ਸੀ ਗੋਰਖੇ ਦਾ ਨੰਬਰ ਸੀ, ਉਹਨੂੰ मैं किया, कहता हाँ बाबू जी शटर तोड़ा हुआ है, चोर अंदर गए थे, हमने जो रोका तो कहते हमें ईंटें उटें मारी, अब भागे। मैं फटाफट उन्होंने दुकान पर आ गया, 5-7 मिनट में दुकान पर पहुँच गया। ਕਿੰਨੇ ਵਜੇ ਦਾ ਸਮਾਂ ਸੀਗਾ ਜੀ? 4:15 ਦਾ ਹੋਣਾ ਸਵੇਰੇ ਅੰਦਾਜ਼ਾ ਸਮਾਂ। ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ? ਪੁਲਿਸ ਨੂੰ ਸੂਚਨਾ ਸ਼ੋਕ ਗਰੋਵਰ ਜਿਹੜੇ ਸਾਡੇ ਹੈਗੇ ਆ ਉਹਨਾਂ ਨੇ ਪਹਿਲਾਂ ਫੋਨ ਕਰਤਾ ਸੀ, ਫਿਰ ਮੈਂ ਆਉਂਦੇ ਨਾਲ ਹੀ ਮੈਂ ਇੱਥੇ ਦੁਕਾਨ 'ਤੇ ਪਹੁੰਚਿਆ, ਫਿਰ ਮੈਂ ਫੋਨ ਕਰਤਾ ਪੁਲਿਸ ਨੂੰ, ਇੱਦਾਂ ਦਾ ਕਹਿੰਦਾ ਐਡਰੈਸ ਕੀ ਹੈ, 100 ਨੰਬਰ 'ਤੇ ਫੋਨ ਕੀਤਾ ਜੀ। ਕੋਈ ਨੁਕਸਾਨ ਵਗੈਰਾ? ਨੁਕਸਾਨ ਦਾ ਤਾਂ ਬਚਾਅ ਹੀ ਹੈ, ਬਾਬਾ ਜੀ ਕਿਰਪਾ ਨਾਲ ਸਾਡਾ ਬਚਾਅ ਹੋ ਗਿਆ ਨੁਕਸਾਨ ਦਾ। ਕੋਈ ਸਮਾਨ ਵਗੈਰਾ ਉਦੋਂ ਤੁਹਾਨੂੰ ਲੱਗਦਾ ਮਿਸਿਆ? ਨਹੀਂ। ਕੋਈ ਕੈਸ਼ ਵਗੈਰਾ ਕੋਈ ਲੈ ਕੇ ਗਏ ਹੋ? ਕੈਸ਼ ਇੱਥੇ ਕੱਲੇ 'ਚ ਸੀਗਾ, ਖੋਲ੍ਹੇ ਦਰਾਜ ਨੂੰ ਕੱਲੇ ਤੇ ਖੋਲ੍ਹੇ ਸਾਰੇ, ਪਰ ਇੱਥੋਂ ਕੈਸ਼ ਕਿੱਲੇ ਆ ਕੁਛ ਨਹੀਂ ਉਹਨਾਂ ਨੇ। ਚੋਰੀ ਦੀਆਂ ਇੱਕੋ ਰਾਤ ਹੋਈਆਂ ਇੰਨੀਆਂ ਵਾਰਦਾਤਾਂ ਬਾਰੇ ਜਦੋਂ ਐਸਐਚਓ ਥਾਣਾ ਸਿਟੀ ਨਵਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਹਿਰ ਦੇ ਭੇਤੀ ਹੀ ਹਨ, ਜਿਨ੍ਹਾਂ ਨੂੰ ਪਤਾ ਹੈ ਕਿ ਕਿੰਨਾ ਥਾਵਾਂ ਪੁਲਿਸ ਦੀ ਨਾਕੇਬੰਦੀ ਜਾਂ ਗਸ਼ਤ ਹੁੰਦੀ ਹੈ। ਪੁਲਿਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਚੋਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਕੋਈ ਟੋਟਲ ਜਿਹੜੀਆਂ 5 ਜਗ੍ਹਾ ਦੇ ਉੱਤੇ ਜਿਹੜੀਆਂ ਹੋਈਆਂ ਚੋਰੀਆਂ, 3 ਜਗ੍ਹਾ ਦੇ ਤਾਂ ਅਟੈਂਪਟ ਹੈ, ਮੇਨਲੀ ਇੱਕ ਜਗ੍ਹਾ ਦੇ ਉੱਤੇ ਜਿਹੜੀ ਚੋਰੀ ਹੋਈ ਹੈ ਜਿਹੜਾ ਸਪੋਰਟਸ ਕਿੰਗ ਦਾ ਸ਼ੋਰੂਮ, ਉਹਦੇ ਵਿੱਚੋਂ ਕੱਪੜੇ ਚੋਰੀ ਕਰਕੇ ਲੈ ਕੇ ਗਏ। ਇਹ ਤਕਰੀਬਨ ਜਿਹੜਾ ਇਹਨਾਂ ਦੀ ਟਾਈਮਿੰਗ ਹੈ, ਰਾਤ ਦੀ ਟਾਈਮਿੰਗ ਹੈ 3:30 ਵਜੇ ਤੋਂ ਲੈ ਕੇ 4:30 ਵਜੇ ਦੇ ਵਿੱਚ ਤੇ ਅਸੀਂ ਕੋਸ਼ਿਸ਼ ਕਰਦੇ ਪਏ ਛੇਤੀ ਇਹਨਾਂ ਨੂੰ ਟ੍ਰੇਸ ਕਰ ਲਾਂਗੇ। ਕੀ ਨਾਮ ਦੁਕਾਨ ਦੀ ਜਿਹਨੇ ਚੋਰੀ ਹੋਈਆਂ ਆਈਆਂ ਸਾਹਮਣੇ? ਇੱਕ ਤਾਂ ਸਪੋਰਟਸ ਕਿੰਗ ਹੈ ਤੇ ਇੱਕ ਕੋਈ ਉੱਥੇ ਸਲੂਨ ਹੈ ਜਿਹਦੇ ਵਿੱਚ ਉਹ ਕੰਪਰੈਸਰ ਚੋਰੀ ਕਰਕੇ ਲੈ ਕੇ ਗਏ, ਤੇ ਬਾਕੀ ਆ ਇੱਕ ਸ਼ਟਰਿੰਗ ਸਟੋਰ ਹੈ ਇੱਧਰ ਹੁਸ਼ਿਆਰਪੁਰ ਰੋਡ ਦੇ ਉੱਤੇ, ਤੇ ਇੱਕ ਕਰਿਆਨੇ ਦੀ ਦੁਕਾਨ ਹੈ, ਤੇ ਇੱਦਾਂ ਹੀ ਇੱਕ ਇੱਥੇ ਸੈਨੀਟਰੀ ਦੀ ਸ਼ਾਪ ਆ, ਉੱਥੇ ਵੀ ਅਟੈਂਪਟ ਹੋਈ ਹੈ। ਤੇ ਸਰ ਕਰਫਿਊ ਲੱਗ ਜਾਂਦਾ ਰਾਤ ਨੂੰ, ਤੇ ਕਿੱਦਾਂ ਮਤਲਬ ਚੋਰ ਕਿੱਦਾਂ ਘੁੰਮਦੇ ਪਏ ਆ? ਦੇਖੋ ਗੱਲ ਇਹ ਤਾਂ ਹੈ ਵੀ ਜਿਹੜੀ ਰਾਤ ਨੂੰ PCR ਵੀ ਗਸ਼ਤ ਕਰਦੀ ਹੈ। ਕੱਲ੍ਹ ਜਿਹੜੀ ਇਹ ਚੈਕਿੰਗ ਜਿਹੜੀ ਸੀਗੀ ਉਹ ਮੇਰੀ ਖੁਦ ਹੀ ਸੀਗੀ, ਅਸੀਂ ਰਾਤ ਕਾਫੀ ਚੈਕਿੰਗ ਕਰਦੇ ਰਹੇ, ਬਟ ਤੁਸੀਂ ਸ਼ੋਰ ਨਹੀਂ ਕਰ ਸਕਦੇ ਵੀ ਕਿਹੜੇ ਟਾਈਮ 'ਤੇ ਕਿਹੜਾ ਇੰਸੀਡੈਂਟ ਹੋਣਾ ਹੈ, ਤੇ ਸਾਨੂੰ ਇਹ ਪਤਾ ਹੋਵੇ ਅਸੀਂ ਹੋਣ ਹੀ ਨਾ ਦੇਈਏ। ਪਰ ਇਹ ਜ਼ਰੂਰ ਹੈ ਵੀ ਇੰਸੀਡੈਂਟ ਹੋਇਆ ਹੈ, ਹੁਣ ਸਾਡੀ ਡਿਊਟੀ ਹੈ, ਅਸੀਂ ਇਹਨੂੰ ਟ੍ਰੇਸ ਆਊਟ ਕਰਾਂਗੇ। ਜਦ ਚੀਜ਼ਾਂ ਜਿਹੜੀਆਂ ਹੈਗੀਆਂ ਰਾਤ ਦੇ ਟਾਈਮਿੰਗ, ਜਦੋਂ ਆ ਕਰਫਿਊ ਦੀ ਟਾਈਮਿੰਗ ਹੈ, ਕੁਝ ਨਾਕੇ ਵੀ ਲੱਗੇ ਹੋਏ ਆ ਸ਼ਹਿਰ ਦੇ ਵਿੱਚ, ਇੱਥੇ PCR ਵੀ ਹੈਗੇ, ਬਟ ਜਿਹੜੇ ਬੰਦੇ ਸ਼ਹਿਰ ਦੇ ਭੇਤੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੇ ਪੁਆਇੰਟ ਆ, ਕਿੱਥੇ PCR ਦੇ ਜਿਹੜੇ ਪੁਆਇੰਟ ਆ ਜਿਹੜੇ ਆਲਰੇਡੀ ਹੈ। ਹੁਣ ਅਸੀਂ ਉਹ ਪੁਆਇੰਟ ਵੀ ਚੇਂਜ ਕਰਾਂਗੇ, ਔਰ ਪੁਆਇੰਟ ਵੀ ਜਿਹੜੇ ਸਰਡਨ ਪੈਟਰੋਲਿੰਗ ਆ ਜਿਹੜੀ ਉਹ ਜ਼ਿਆਦਾ ਜ਼ਰੂਰੀ ਹੋਣੀ ਚਾਹੀਦੀ ਹੈ, ਉਹ ਵੀ ਹੀ ਕਰਾਂਗੇ ਅਸੀਂ। ਇਸ ਤੋਂ ਇਲਾਵਾ ਜਿਹੜੇ ਕੰਪਰੈਸਰ ਦੀਆਂ ਚੋਰੀਆਂ ਹੁੰਦੀਆਂ ਪਈਆਂ ਉਹ ਆਲਮੋਸਟ ਜਿਹੜੀਆਂ ਸਟੋਰ ਨੇ, ਦੁਕਾਨਾਂ ਨੇ, ਉੱਥੇ ਹੋ ਰਹੀਆਂ।
ਹੁਣ ਅਸੀਂ ਉਹ ਸਾਰੇ ਚੀਜ਼ਾਂ ਹੀ ਵਰਕਆਊਟ ਕਰਦੇ ਪਏ ਹਾਂ। ਜਿਹੜੀ ਇਹ ਮੈਕਸਿਮਮ ਪੈਟਰੋਲਿੰਗ ਜਿਹੜੀ ਹੋਊਗੀ ਉਹ ਇਹਨਾਂ ਦੇ ਆਲੇ ਦੁਆਲੇ ਹੀ ਹੋਊਗੀ। ਹੁਣ ਜਿਹੜੀ ਹੈ ਹੁਸ਼ਿਆਰਪੁਰ ਰੋਡ ਵਾਲੀ ਜਿਹੜੀ ਆ ਉਹ ਬਿਲਕੁਲ ਹੀ ਅਨਐਕਸਪੈਕਟਡ ਆ। ਉਹ ਇੱਦਾਂ ਲੱਗਦਾ ਜਿੱਦਾਂ ਰਾਹਗੀਰ ਕੋਈ ਤੁਰਿਆ ਜਾਂਦਾ ਜਿਹੜਾ ਉਹ ਕਰ ਗਿਆ। ਬਟ ਮੈਂ ਕਿਸੇ ਵੀ ਪੋਸੀਬਿਲਿਟੀ ਤੋਂ ਰੂਲ ਆਊਟ ਨਹੀਂ ਕਰਦਾ। ਇਹ ਵੀ ਹੋ ਸਕਦਾ ਇੱਕੋ ਹੀ ਗੈਂਗ ਹੋਵੇ, ਇਹ ਵੀ ਹੋ ਸਕਦਾ ਸੈਪਰੇਟ ਜਿਹੜੇ ਹੋਣ ਬੰਦੇ। ਇਹਨਾਂ 'ਚੋਂ ਕੋਈ ਵਾਰਦਾਤ ਕਿਸੇ ਕੈਮਰੇ 'ਚ ਵੀ ਕੈਦ ਹੋਈ ਹੈ? ਕੁਝ CCTV ਫੁਟੇਜ ਆਈਆਂ ਹੈ, ਉਹ ਅਸੀਂ ਉੱਥੇ ਵਰਕਆਊਟ ਕਰਦੇ ਪਏ। ਪਹਿਲਾਂ ਫਿਰ ਅਸੀਂ ਜਿਹੜੀ ਆ ਪ੍ਰੈਸ ਦੀ ਵੀ ਹੈਲਪ ਲਵਾਂਗੇ ਜੇ ਸਾਨੂੰ ਬਿਲਕੁਲ ਕਲੀਅਰ ਕੋਈ ਚੀਜ਼ ਆ ਜਾਂਦੀ ਹੈ ਉਹਨੂੰ ਟ੍ਰੇਸ ਆਊਟ ਕਰਨ ਵਾਸਤੇ। ਹੁਣ ਜਿਹੜੀ ਇਹ ਸੈਨੇਟਰੀ ਵਾਲਾ ਐਪੀਸੋਡ ਹੋਇਆ ਇੱਥੋਂ ਹਾਰਡਲੀ ਮੇਰਾ ਖਿਆਲ ਇਹ ਬੰਦੇ ਫੜੇ ਵੀ ਜਾ ਸਕਦੇ ਸੀਗੇ ਜੇ ਉਹਨਾਂ ਦਾ ਨੌਕਰ ਥੋੜ੍ਹਾ ਜਿਹਾ ਅਲਰਟ ਹੁੰਦਾ ਜਾਂ ਉਹਨਾਂ ਨੇ ਉਹਨੂੰ ਥੋੜ੍ਹਾ ਜਿਹਾ ਬਰੀਫ ਕੀਤਾ ਹੁੰਦਾ ਵੀ ਤੂੰ ਆਹ SHO ਸਾਹਿਬ ਦਾ ਨੰਬਰ ਹੈ ਜਾਂ ਆਹ ਨੰਬਰ ਜਿਹੜਾ ਥਾਣੇ ਦਾ ਹੈ ਤੁਸੀਂ ਇੱਥੇ ਕਾਲ ਕਰ ਲਾ ਅਤੇ ਹਲੇ ਉਹਨਾਂ ਨੂੰ ਅੰਦਰ ਜਾ ਲੈਣ ਦੇ। ਜੇ ਜਾ ਲੈਂਦੇ ਤਾਂ ਹੋ ਸਕਦਾ ਸਾਰੀਆਂ ਚੋਰੀਆਂ ਟ੍ਰੇਸ ਵੀ ਹੋ ਜਾਂਦੀਆਂ। ਇਹ ਵੀ ਤਾਂ ਇੱਕ ਪੁਆਇੰਟ ਹੀ ਸੀ, ਜਦੋਂ ਬੰਦੇ ਅੰਦਰ ਬੈਠੇ ਸੀ ਤਾਂ ਹੋ ਸਕਦਾ ਸੀ, ਬਟ ਉਹ ਯੂਜ਼ ਨਹੀਂ ਕੀਤਾ ਉਹਨਾਂ ਨੇ। ਇੱਕੋ ਰਾਤ ਚੋਰੀ ਦੀਆਂ ਹੋਈਆਂ ਇੰਨੀਆਂ ਵਾਰਦਾਤਾਂ ਨੇ ਪੁਲਿਸ ਸਾਹਮਣੇ ਇੱਕ ਚੈਲੰਜ ਖੜਾ ਕਰ ਦਿੱਤਾ ਹੈ। PCR ਮੁਲਾਜ਼ਮ ਵੀ ਦਿਨ ਰਾਤ ਨਾਕੇ ਲਗਾ ਕੇ ਲੋਕਾਂ ਦੇ ਚਲਾਨ ਕੱਟਣ ਦੇ ਲੱਗੇ ਰਹਿੰਦੇ ਨੇ, ਪਰੰਤੂ ਚੋਰੀ ਦੀਆਂ ਹੋ ਰਹੀਆਂ ਵਾਰਦਾਤਾਂ ਆਖਰ ਕਿਉਂ ਉਹਨਾਂ ਨੂੰ ਦਿਖਾਈ ਨਹੀਂ ਦੇ ਰਹੀਆਂ। ਹੁਣ ਵੇਖਣਾ ਇਹ ਹੋਵੇਗਾ ਕਿ ਫਗਵਾੜਾ ਪੁਲਿਸ ਇਹਨਾਂ ਵਾਰਦਾਤਾਂ ਨੂੰ ਟ੍ਰੇਸ ਕਰਨ ਵਿੱਚ ਸਫਲ ਹੁੰਦੀ ਹੈ ਜਾਂ ਫਿਰ ਲੋਕ ਇਸੇ ਤਰ੍ਹਾਂ ਹੀ ਚੋਰੀ ਦੀਆਂ ਵਾਰਦਾਤਾਂ ਦਾ ਸਾਹਮਣਾ ਕਰਦੇ ਰਹਿਣਗੇ। ਫਗਵਾੜਾ ਤੋਂ ਨਵਰੰਗ TV ਲਈ ਰਮਨਦੀਪ ਦੀ ਰਿਪੋਰਟ।